ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। रोवै राम निकाला भया, सीता लक्ष्मण विछड़ गया। अयोध्या दे राजे दशरथ दे सपुत्र श्री रामचंद्र जी 24 अवतारां विचों एक अवतार मन्ने गए हैं। ਭਾਰਤ ਦੇ ਬਹੁਤ ਹਿੱਸੇ ਵਿੱਚ ਹਿੰਦੂ ਸਨਾਤਨੀ ਸੰਖੇਪ ਈਸ਼ਵਰ ਜਾਂ ਭਗਤੀ ਜਾਪ ਹੈ ਸੀਤਾ ਰਾਮ ਰਾਮ ਰਾਮ। ਸੀਤਾ ਰਾਮ ਦੇ ਭਾਰਤ ਵਿੱਚ ਬਹੁਤ ਮੰਦਰ ਹਨ ਤੇ ਇਹਨਾਂ ਮੰਦਰਾਂ ਵਿੱਚ ਉਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ ਜਾਂਦੀ ਹੈ। ਕਥਾ ਸੁਣਾਉਣ ਤੋਂ ਪਹਿਲਾਂ ਇਹ ਦੱਸ ਦੇਣਾ ਵੀ ਜ਼ਰੂਰੀ ਹੈ ਕਿ ਰਾਮ ਸ਼ਬਦ ਸਰਵ ਸ਼ਕਤੀਵਾਨ ਪਰਮਾਤਮਾ ਦਾ ਵੀ ਸੰਕੇਤ ਹੈ। ਗੁਰਬਾਣੀ ਵਿੱਚ ਵਾਹਿਗੁਰੂ ਅਥਵਾ ਪਰਮਾਤਮਾ ਦੇ ਸੰਕੇਤ ਰੂਪ ਵਿੱਚ ਰਾਮ ਸ਼ਬਦ ਕਈ ਹਜ਼ਾਰ ਵਾਰ ਆਇਆ ਹੈ। ਵਿਸ਼ੇਸ਼ ਕਰਕੇ ਤੀਸਰੀ ਪਾਤਸ਼ਾਹੀ ਦੀ ਬਾਣੀ ਵਿੱਚ, ਭਗਤਾਂ ਦੀ ਬਾਣੀ ਵਿੱਚ ਰਾਮ ਸ਼ਬਦ ਅਨੇਕਾਂ ਤੇ ਅਣਗਿਣਤ ਵਾਰ ਵਰਤਿਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ 800 ਉੱਪਰ ਇੱਕ ਪਾਵਨ ਸ਼ਬਦ गुरु जी ने इस प्रकार लिखा है, राम नाम रस राम रसायन हर सेवो संत जनो। इसे प्रकार अंग 843 उपर एक होर शब्द गुरु जी ने अंकित किया है, सच नवेलड़िए जोबन बाली राम आओ ना जाओ कही अपने सह नाली राम। इसे प्रकार भगत रविदास जी का एक शब्द आया है, तू जानत मैं किछ नहीं भव खंडन राम। रामकली राग का नाम भी रखिया ते इसे राग विच लगभग हर शब्द विच राम शब्द है। राम नूं वाहिगुरु का संकेत प्रगट किया है। राम नाम जप संग सहाई गुरमुख पावै है साच तना। राजा राम की सरनाए राम कबीरा एक भये हैं कोई ना सकै पछानी। सो राम नाम वाहिगुरु सतनाम सब वाहिगुरु ਜਾਂ ਉਸ ਸ਼ਕਤੀ ਦੇ ਨਾਮ ਰੱਖੇ ਗਏ ਹਨ ਜਿਹੜੀ ਸ਼ਕਤੀ ਜਗਤ ਦਾ ਮੂਲ ਹੈ, ਜੀਵਨ ਧਾਰਾ ਹੈ। ਉਸ ਦਾ ਖਿਆਲ ਕਰਕੇ ਆਪੇ ਨੂੰ ਜਾਣਨ ਦਾ ਨਾਮ ਭਗਤੀ ਹੈ। ਕਿਸੇ ਤਰ੍ਹਾਂ ਤਸਵ ਵਿੱਚ ਆ ਕੇ ਰਾਮ ਸ਼ਬਦ ਤੋਂ ਕੋਈ ਅਨਮਤ ਦਾ ਵਿਚਾਰ ਨਹੀਂ ਲੈਣਾ ਚਾਹੀਦਾ। ਆਪੇ ਆਪ ਰਾਮ ਕਥਾ ਸਰਵਣ ਕਰੀਏ ਜੋ ਅਨੇਕਾਂ ਜੀਵਨ ਸਿੱਖਿਆ ਦੇਣ ਨਾਲ ਭਗਤੀ ਮਾਰਗ ਵੱਲ ਲਿਆਉਣ ਦੀ ਪ੍ਰੇਰਨਾ ਵੀ ਕਰਦੀ ਹੈ। ਅਯੋਧਿਆ ਦੇ ਰਾਜੇ ਦਸ਼ਰਥ ਦੀਆਂ ਰਾਣੀਆਂ ਦੇ ਪੁੱਤਰ ਨਹੀਂ ਸਨ। ਰਾਜੇ ਨੇ ਪੁੱਤਰ ਪ੍ਰਾਪਤੀ ਵਾਸਤੇ ਯੱਗ ਕੀਤਾ। ਉਸ ਯੱਗ ਵਿੱਚੋਂ ਵਰ ਮਿਲਿਆ ਤੇ ਉਸ ਦੇ ਘਰ 4 ਪੁੱਤਰ ਹੋਏ। 4 ਪੁੱਤਰਾਂ ਦੇ ਜਨਮ ਸਮੇਂ ਰਾਜੇ ਨੇ ਬੇਅੰਤ ਖੁਸ਼ੀ ਮਨਾਈ। ਰਾਮ ਲਛਮਣ ਦੋਹਾਂ ਭਾਈਆਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਭਾਵੇਂ ਉਹਨਾਂ ਦਾ ਜਨਮ ਵੱਖ-ਵੱਖ ਰਾਣੀਆਂ ਤੋਂ ਹੋਇਆ ਸੀ, ਉਹਨਾਂ ਨੇ ਵਸ਼ਿਸ਼ਟ ਪਾਸੋਂ ਸਿੱਖਿਆ ਲਈ। ਵਿਸ਼ਵਾਮਿੱਤਰ ਯੱਗ ਸਫਲ ਕਰਾਉਣ ਲਈ ਦੋਹਾਂ ਰਾਜਕੁਮਾਰਾਂ ਨੂੰ ਬਾਹਰ ਲੈ ਗਏ। ਅਨੇਕਾਂ ਦੈਂਤਾਂ ਨਾਲ ਯੁੱਧ ਹੋਏ। ਉਹਨਾਂ ਯੁੱਧਾਂ ਸਮੇਂ ਵਿਸ਼ਵਾਮਿੱਤਰ ਨੇ ਅਨੇਕਾਂ ਪ੍ਰਕਾਰ ਦੇ ਅਸਤਰ ਤੇ ਸ਼ਸਤਰ ਚਲਾਉਣੇ ਦੱਸੇ। ਯੱਗ ਭੂਮੀ ਨੂੰ ਦੈਂਤਾਂ ਤੋਂ ਸਾਫ਼ ਕੀਤਾ ਤੇ ਫਿਰਦੇ ਫਿਰਾਂਦੇ ਜਨਕਪੁਰੀ ਪੁੱਜ ਗਏ। ਉੱਥੇ ਜਨਕ ਪੁੱਤਰੀ ਸੀਤਾ ਦਾ ਸਵੰਬਰ ਸੀ। ਸਵੰਬਰ ਵਿੱਚ ਸ਼ਰਤ ਇਹ ਸੀ ਕਿ ਜੋ ਸ਼ਿਵ ਜੀ ਦੇ ਧਨੁੱਖ ਨੂੰ ਚਿੱਲਾ ਚੜਾਏ ਉਹ ਹੀ ਸੀਤਾ ਨੂੰ ਵਰੇ। ਸ਼੍ਰੀ ਰਾਮਚੰਦਰ ਜੀ ਨੇ ਹੀ ਸ਼ਿਵ ਧਨੁੱਖ ਦਾ ਚਿੱਲਾ ਚੜਾਉਣ ਲੱਗਿਆਂ ਉਸ ਧਨੁੱਖ ਨੂੰ ਹੀ ਤੋੜ ਦਿੱਤਾ, ਜਿਸ ਤੋਂ ਇਹ ਪ੍ਰਗਟ ਹੋਇਆ ਕਿ ਸ਼੍ਰੀ ਰਾਮਚੰਦਰ ਜੀ ਬਹੁਤ ਵੱਡੇ ਬਲੀ ਹਨ। ਉਸ ਧਨੁੱਖ ਨੂੰ ਹੋਰ ਰਾਜੇ ਚੁੱਕ ਨਹੀਂ ਸਨ ਸਕੇ। ਧਨੁੱਖ ਨੂੰ ਤੋੜ ਕੇ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਨੂੰ ਜਿੱਤ ਲਿਆ। ਸੀਤਾ ਇੱਕ ਅਤੀ ਸੁੰਦਰ ਮੁਟਿਆਰ ਸੀ। ਜਿੱਤ ਦੇ ਪਿੱਛੋਂ ਰਾਜੇ ਦਸ਼ਰਥ ਨੂੰ ਅਯੋਧਿਆਪੁਰੀ ਸੁਨੇਹਾ ਭੇਜਿਆ ਗਿਆ
ਉਹ ਰਿਖੀਆਂ, ਮੰਤਰੀਆਂ, ਰਾਜ ਪ੍ਰੋਹਤਾਂ ਅਤੇ ਦਰਬਾਰੀਆਂ ਨੂੰ ਨਾਲ ਲੈ ਕੇ ਬਰਾਤ ਬਣਾ ਕੇ ਜਨਕਪੁਰੀ ਪੁੱਜਾ। ਸ਼੍ਰੀ ਰਾਮਚੰਦਰ ਜੀ ਦੇ ਵਿਆਹ ਸਮੇਂ ਬਾਕੀ ਦੇ ਭਰਾਵਾਂ ਦੇ ਵੀ ਉੱਥੇ ਹੀ ਵਿਆਹ ਕਰਾ ਦਿੱਤੇ ਗਏ। ਖੁਸ਼ੀ-ਖੁਸ਼ੀ ਸੀਤਾ ਜੀ ਨੂੰ ਲੈ ਕੇ ਸ਼੍ਰੀ ਰਾਮਚੰਦਰ ਜੀ ਅਯੋਧਿਆਪੁਰੀ ਪੁੱਜੇ ਤੇ ਮੰਗਲਾਚਾਰ ਹੋਏ। ਸ਼ਹਿਰ ਵਾਸੀਆਂ ਨੇ ਖੁਸ਼ੀਆਂ ਕੀਤੀਆਂ। ਜਿਵੇਂ ਹੋਣੀ ਨੇ ਕਰਨਾ ਹੁੰਦਾ ਹੈ ਤਿਵੇਂ ਹੋ ਜਾਂਦਾ ਹੈ, ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਰਾਜਾ ਦਸ਼ਰਥ ਸ਼੍ਰੀ ਰਾਮਚੰਦਰ ਜੀ ਦੀ ਬਹਾਦਰੀ ਤੇ ਸਿਆਣਪ ਉੱਤੇ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਮੰਤਰੀਆਂ ਨਾਲ ਸਲਾਹ ਕਰਕੇ ਸ਼੍ਰੀ ਰਾਮਚੰਦਰ ਜੀ ਨੂੰ ਰਾਜ ਤਿਲਕ ਦੇਣ ਦਾ ਫੈਸਲਾ ਕੀਤਾ। ਉਹ ਫੈਸਲਾ ਉਸੇ ਵੇਲੇ ਅਮਲ ਵਿੱਚ ਆਉਣਾ ਸ਼ੁਰੂ ਹੋਇਆ। ਪ੍ਰਜਾ ਵਿੱਚ ਖਬਰ ਭੇਜੀ ਗਈ। ਪ੍ਰੋਹਤ ਦੇ ਆਖਣ ਤੇ ਦੱਸਣ ਉੱਤੇ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਗਈਆਂ। ਪਰ ਜਿਸ ਦਿਨ ਤਿਲਕ ਲੱਗਣਾ ਸੀ ਉਸ ਤੋਂ ਪਹਿਲੀ ਰਾਤ ਰਾਜਾ ਦਸ਼ਰਥ ਦੀ ਛੋਟੀ ਰਾਣੀ ਕਕਈ, ਜੋ ਰੂਪਵੰਤੀ ਸੀ ਤੇ ਜਿਸ ਦੇ ਮਹਿਲ ਵਿੱਚ ਰਾਜਾ ਰਹਿੰਦਾ ਸੀ, ਉਸਨੇ ਰਾਜੇ ਅੱਗੇ ਬੇਨਤੀ ਕੀਤੀ, ਹੇ ਰਾਜਨ, ਆਪ ਨੇ ਇੰਦਰ ਨਾਲ ਯੁੱਧ ਕਰਨ ਸਮੇਂ ਜ਼ਖਮੀ ਹੋ ਕੇ ਸੇਵਾ ਕਰਨ ਬਦਲੇ ਮੈਨੂੰ 2 ਬਚਨ ਦਿੱਤੇ ਸਨ। ਉਹ ਬਚਨ ਅੱਜ ਮੇਰੇ ਪੂਰੇ ਕਰੋ। ਰਾਜਾ ਦਸ਼ਰਥ ਨੇ ਕਿਹਾ, ਹੇ ਕਕਈ, ਮੰਗ ਲੈ, ਬਚਨ ਤਾਂ ਦੇਣੇ ਪੈਣਗੇ। ਰਘੂਕੁਲ ਰੀਤ ਹੀ ਐਸੀ ਚੱਲੀ ਆ ਰਹੀ ਹੈ। ਮੰਗ ਲੈ ਜਿਹੜੇ ਤੇਰੇ 2 ਬਚਨ ਹਨ। ਕੀ ਮੰਗਣਾ ਚਾਹੁੰਦੀ ਹੈ? ਉਸ ਵੇਲੇ ਰਾਜਾ ਦਸ਼ਰਥ ਬੜਾ ਖੁਸ਼ ਸੀ। ਖੁਸ਼ੀ ਦੇ ਲੋਰ ਵਿੱਚ ਉਸਨੇ ਇਹ ਖਿਆਲ ਨਹੀਂ ਕੀਤਾ ਕਿ ਬਚਨ ਮਾੜੇ ਵੀ ਮੰਗੇ ਜਾ ਸਕਦੇ ਸਨ। ਪਹਿਲਾ ਬਚਨ ਇਹ ਪੂਰਾ ਕਰੋ ਕਿ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਦਿੱਤਾ ਜਾਏ ਤੇ ਦੂਸਰਾ, ਮੇਰੇ ਪੁੱਤਰ ਭਰਤ ਨੂੰ ਰਾਜ ਤਿਲਕ ਦਿੱਤਾ ਜਾਏ। ਰਾਜ ਤਿਲਕ ਵਾਸਤੇ ਉਸ ਨੂੰ ਨਾਨਕੇ ਘਰੋਂ ਹੁਣੇ ਹੀ ਮੰਗਵਾ ਲਿਆ ਜਾਏ। ਇਹ ਕੁਝ ਕਕਈ ਨੇ ਇੱਕ ਜ਼ੁਬਾਨੋਂ ਇੱਕੋ ਸਾਹੇ ਆਖ ਦਿੱਤਾ। ਉਸਨੇ ਰਾਜੇ ਦਾ ਖਿਆਲ ਨਹੀਂ ਕੀਤਾ, ਪ੍ਰਜਾ ਤੇ ਸਮਾਜ ਦਾ ਹਿੱਤ ਨਹੀਂ ਦੇਖਿਆ, ਬਸ ਮਤਰੇਈ ਬਣੀ। ਕਕਈ ਦੇ ਇਹ ਬੋਲ ਸੁਣ ਕੇ ਰਾਜਾ ਦਸ਼ਰਥ ਤਾਂ ਐਸਾ ਘਬਰਾਇਆ ਕਿ ਉਹਦੇ ਵੱਲ ਬਿਟ-ਬਿਟ ਤੱਕਦਾ ਹੀ ਰਹਿ ਗਿਆ। ਉਹ ਬੋਲਿਆ ਕੁਝ ਨਹੀਂ। ਬਚਨ ਉਸਨੇ ਕੀਤੇ ਸਨ, ਪਰ ਉਸਨੂੰ ਆਸ ਨਹੀਂ ਸੀ ਕਿ ਕਕਈ ਉਸ ਨਾਲ ਇੰਨਾ ਧੱਕਾ ਕਰੇਗੀ ਤੇ ਵੈਰ ਕਰੇਗੀ। ਇਸ ਲਈ ਉਹ ਗੁੰਮ ਹੀ ਹੋ ਗਿਆ। ਉਸ ਦੀ ਜ਼ੁਬਾਨੋਂ ਸਿਰਫ ਇਹੋ ਨਿਕਲਿਆ, ਕਕਈ, ਤੈਨੂੰ ਇੰਨੀ ਦੁਸ਼ਮਣੀ ਨਹੀਂ ਸੀ ਕਰਨੀ ਚਾਹੀਦੀ। ਮੇਰੇ ਕਲੇਜੇ ਕਟਾਰੀ ਨਹੀਂ ਸੀ ਮਾਰਨੀ ਚਾਹੀਦੀ। ਗਮ ਨਾਲ ਰਾਜੇ ਦੀ ਸਰੀਰਕ ਤੇ ਮਾਨਸਿਕ ਦਸ਼ਾ ਵਿਗੜ ਗਈ। ਉਹ ਮਰਨੇ ਪੈ ਗਿਆ। ਰਾਜ ਤਿਲਕ ਲਵਾਉਣ ਦੀ ਪੂਰੀ ਤਿਆਰੀ ਕਰਕੇ ਸ਼੍ਰੀ ਰਾਮਚੰਦਰ ਜੀ ਜਦੋਂ ਰਾਜਾ ਦਸ਼ਰਥ ਨੂੰ ਮਿਲਣ ਗਏ ਤਾਂ ਅੱਗੋਂ ਉਹ ਬੋਲ ਨਾ ਸਕੇ। ਸ਼੍ਰੀ ਰਾਮਚੰਦਰ ਜੀ ਬਹੁਤ ਹੈਰਾਨ ਹੋਏ। ਆਖਿਰ ਰਾਜੇ ਦਸ਼ਰਥ ਦੀ ਚੁੱਪ ਦਾ ਕਾਰਨ ਜ਼ਾਲਮ ਕਕਈ ਨੇ ਦੱਸ ਹੀ ਦਿੱਤਾ। ਬੇਟਾ ਰਾਮਚੰਦਰ, ਤੇਰੇ ਪਿਤਾ ਨੇ ਮੈਨੂੰ 2 ਬਚਨ ਦਿੱਤੇ ਸਨ, ਉਹ ਮੈਂ ਮੰਗ ਲਏ ਹਨ। ਪਹਿਲਾ ਇਹ ਹੈ ਕਿ ਤੈਨੂੰ 14 ਸਾਲ ਬਨਵਾਸ ਤੇ ਦੂਜਾ ਭਰਤ ਨੂੰ ਰਾਜ। ਰਾਜਾ ਜੀ ਤੁਸਾਂ ਨੂੰ ਦੱਸ ਨਹੀਂ ਸਕਦੇ ਕਿਉਂਕਿ ਤੁਸਾਂ ਨਾਲ ਪਿਆਰ ਹੈ, ਕੁਝ ਡਰਦੇ ਹਨ। ਤੁਸੀਂ ਨੇਕ ਪੁੱਤਰ ਹੋ, ਬਾਪ ਦੇ ਬਚਨਾਂ ਦੀ ਪਾਲਣਾ ਕਰਨਾ ਤੁਸਾਂ ਦਾ ਧਰਮ ਹੈ। ਸ਼੍ਰੀ ਰਾਮਚੰਦਰ ਜੀ ਨੇ ਕਿਹਾ, ਠੀਕ ਹੈ ਮਾਤਾ ਜੀ। ਇਹ ਆਖ ਕੇ ਸ਼੍ਰੀ ਰਾਮਚੰਦਰ ਜੀ ਕਕਈ ਦੇ ਮਹਿਲ ਤੋਂ ਬਾਹਰ ਆ ਕੇ ਰਾਜ ਤਿਲਕ ਦੇ ਕੱਪੜੇ ਲਾ ਦਿੱਤੇ। ਬਨਵਾਸ ਦੇ ਬਸਤਰ ਪਹਿਨ ਕੇ ਜੰਗਲ ਨੂੰ ਜਾਣ ਲਈ ਤਿਆਰ ਹੋ ਗਏ। ਉਹਨਾਂ ਦੀ ਧਰਮ ਪਤਨੀ ਸੀਤਾ ਜੀ ਵੀ ਨਾਲ ਚੱਲੀ ਤੇ ਛੋਟਾ ਭਾਈ ਲਛਮਣ ਵੀ। ਪ੍ਰਜਾ ਨੂੰ ਵਿਆਕੁਲ ਹੁੰਦੀ ਛੱਡ ਕੇ ਸ਼੍ਰੀ ਰਾਮਚੰਦਰ ਜੀ ਅਯੋਧਿਆਪੁਰੀ ਤੋਂ ਚੱਲ ਪਏ। ਰਾਜਾ ਦਸ਼ਰਥ ਪਿੱਛੋਂ ਗਮ ਨਾਲ ਮਰ ਗਿਆ। ਜਦੋਂ ਭਰਤ ਨੂੰ ਖਬਰ ਮਿਲੀ ਤਾਂ ਉਹ ਵੀ ਭਰਾ ਦੇ ਵਿਛੋੜੇ ਵਿੱਚ ਵਿਆਕੁਲ ਹੋਇਆ। ਉਸਨੇ ਰਾਜ ਤਿਲਕ ਲੈਣ ਤੋਂ ਨਾ ਕਰ ਦਿੱਤੀ। ਵਨ ਵਿੱਚ ਜਾ ਕੇ ਵੀਰ ਨੂੰ ਮਿਲਿਆ। ਅੰਤ ਸ਼੍ਰੀ ਰਾਮਚੰਦਰ ਜੀ ਦੀਆਂ ਖੜਾਵਾਂ ਲੈ ਕੇ ਵਾਪਸ ਆਇਆ ਤੇ ਰਾਜ ਸਿੰਘਾਸਨ ਤੇ ਖੜਾਵਾਂ ਹੀ ਰੱਖ ਛੱਡੀਆਂ ਤੇ ਆਪ ਸੇਵਕ ਬਣ ਕੇ ਰਾਜ ਪ੍ਰਬੰਧ ਕਰਦਾ ਰਿਹਾ। ਸ਼੍ਰੀ ਰਾਮਚੰਦਰ ਜੀ ਗੰਗਾ ਪਾਰ ਕਰਕੇ ਦੱਖਣ ਵੱਲ ਜੰਗਲਾਂ ਵਿੱਚ ਆ ਗਏ। ਜਿਹੜੇ ਜੰਗਲ ਵਰਤਮਾਨ ਉੜੀਸਾ ਰਿਆਸਤ ਵਿੱਚ ਹਨ,
ਤੇ ਪੰਚਵਟੀ ਅਸਥਾਨ ਵਿੱਚ ਰਹਿਣ ਲੱਗੇ। ਇੱਥੇ ਲੰਕਾ ਦੇ ਰਾਜੇ ਰਾਵਣ ਦੀ ਭੈਣ ਸਰੂਪਨਖਾ ਆਈ। ਉਸ ਦੀ ਪਾਪ ਬਿਰਤੀ ਦੇਖ ਕੇ ਸ਼੍ਰੀ ਲਛਮਣ ਜੀ ਨੇ ਉਸ ਦਾ ਨੱਕ ਵੱਢ ਦਿੱਤਾ, ਜਿਸ ਕਾਰਨ ਉਸ ਦਾ ਭਾਈ ਇੱਕ ਸਾਧੂ ਦਾ ਭੇਸ ਧਾਰ ਕੇ ਪੰਚਵਟੀ ਆਇਆ ਤੇ ਸੀਤਾ ਨੂੰ ਚੁੱਕ ਕੇ ਲੰਕਾ ਲੈ ਗਿਆ। ਉਸ ਦੁਸ਼ਟ ਨੇ ਧੋਖਾ ਕੀਤਾ। ਸ਼੍ਰੀ ਰਾਮਚੰਦਰ ਜੀ ਤੇ ਲਛਮਣ ਜੀ ਸੀਤਾ ਨੂੰ ਲੱਭਦੇ ਹੋਏ ਧੁਰ ਦੱਖਣ ਵੱਲ ਚਲੇ ਗਏ। ਆਪ ਬੜੇ ਬੇਬਲ ਹੋਏ। ਹਨੂਮਾਨ ਨਾਲ ਮੇਲ ਹੋ ਗਿਆ। ਹਨੂਮਾਨ ਦੀ ਸਹਾਇਤਾ ਨਾਲ ਸੀਤਾ ਜੀ ਦਾ ਪੂਰਾ ਪਤਾ ਲੱਗਾ ਕਿ ਉਹ ਰਾਵਣ ਦੀ ਅਸ਼ੋਕ ਵਾਟਕਾ ਵਿੱਚ ਸੀ। ਲੰਕਾ ਉੱਤੇ ਹਮਲਾ ਹੋਇਆ। ਉਸ ਹਮਲੇ ਵਿੱਚ ਰਾਵਣ ਆਪਣੇ ਪੁੱਤਰਾਂ ਸਮੇਤ ਮਾਰਿਆ ਗਿਆ। ਲੰਕਾ ਸਾੜੀ ਗਈ ਤੇ ਲੰਕਾ ਦਾ ਰਾਜ ਰਾਵਣ ਦੇ ਧਰਮੀ ਭਰਾ ਭੀਖਣ ਨੂੰ ਦੇ ਕੇ ਸੀਤਾ ਜੀ ਨੂੰ ਨਾਲ ਲੈ ਕੇ ਵਾਪਸ ਅਯੋਧਿਆਪੁਰੀ ਪੁੱਜੇ ਤੇ ਰਾਜ ਕਰਨ ਲੱਗੇ। ਸ਼੍ਰੀ ਰਾਮਚੰਦਰ ਜੀ ਦੇ ਬਨਵਾਸ ਤੋਂ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ, ਜੋ ਅੱਜ ਕੌਮੀ ਤਿਉਹਾਰ ਬਣਿਆ ਚੱਲਿਆ ਆ ਰਿਹਾ ਹੈ। ਆਖਦੇ ਹਨ ਰਾਮਚੰਦਰ ਜੀ ਨੇ 10,000 ਸਾਲ ਧਰਮ ਦਾ ਰਾਜ ਕੀਤਾ। ਸ਼੍ਰੀ ਰਾਮਚੰਦਰ ਜੀ ਨੂੰ ਅਵਤਾਰ ਮੰਨਿਆ ਜਾਂਦਾ ਹੈ। ਸੋ ਹੇ ਨੇਕ ਪੁਰਸ਼ੋ, ਰਾਮਚੰਦਰ ਜੀ ਦੀ ਕਥਾ ਸੁਣਨ ਵਾਲੇ ਦੇ ਮਨ ਵਿੱਚ ਧਰਮ ਲਗਨ ਪੈਦਾ ਹੁੰਦੀ ਹੈ ਤੇ ਮਾਂ-ਬਾਪ ਦੀ ਆਗਿਆ ਮੰਨਣ ਦਾ ਉਪਦੇਸ਼ ਮਿਲਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।